ਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸ਼ਰਣਾ, ਮਿਲੈ ਦਾਨ ਸੰਤਰੇ, ਜਿਹ ਲਗ ਭਉਜਲ ਤਰਨਾ। ਬਿਨਤ ਕਰੋ ਅਰਦਾਸ ਸੁਣੋ, ਜੇ ਠਾਕੁਰ ਭਾਵੇ। ਦੇਹੋ ਦਰਸ ਮਨ ਚਾਓ, ਭਗਤ ਇਹ ਮਨ ਠਹਿਰਾਵੇ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਾਲ ਉਧਰੇ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਜੁਗ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ। ਸ਼ਬਦ ਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਵਡਿਆਂ ਭਾਗਾਂ ਵਾਲੇ ਹੋ। ਗੁਰੂ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਕਿਰਪਾ ਨਾਲ ਅੰਮ੍ਰਿਤ ਵੇਲੇ ਦੇ ਇਹਨਾਂ ਪਾਵਨ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਰਹੇ ਹਾਂ। ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿਛਲੇ ਦੀਵਾਨਾਂ ਤੋਂ ਹੀ ਗੁਰੂ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਵਿਚਾਰ ਆਰੰਭੀ ਹੈ। ਸਾਧ ਸੰਗਤ, ਕੱਲ ਦੇ ਦੀਵਾਨਾਂ ਅੰਦਰ ਗੁਰੂ ਪਾਤਸ਼ਾਹ ਨੇ ਸੇਵਾ ਲਈ ਕਿ ਗੁਰੂ ਮਹਾਰਾਜ ਹਰਿਦੁਆਰ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਤੇ ਗੁਰੂ ਪਾਤਸ਼ਾਹ ਨੇ ਉਹਨਾਂ ਪੰਡਤਾਂ ਨੂੰ, ਜੋ ਕਰਮ ਕਾਂਡਾਂ ਦੇ ਅਧੀਨ ਲੋਕਾਂ ਨੂੰ ਵਹਿਮਾਂ ਭਰਮਾਂ ਅੰਦਰ ਪਾ ਰਹੇ ਸਨ, ਕਿਉਂਕਿ ਗੁਰੂ ਪਾਤਸ਼ਾਹ ਦਾ ਵਚਨ ਹੈ, ਮਹਾਰਾਜ ਆਖਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਸੰਸਾਰ ਨੂੰ ਸਿੱਧੇ ਰਾਹ ਪਾਉਣਾ ਸੀ, ਉਹਨਾਂ ਨੇ ਹੀ ਲੋਕਾਂ ਨੂੰ ਅੰਧਕਾਰ ਦੇ ਖੂਹ ਦੇ ਹਨੇਰੇ ਖੂਹ ਦੇ ਵਿੱਚ ਧਕੇਲ ਦਿੱਤਾ। ਗੁਰਦੇਵ ਨੇ ਉਹਨਾਂ ਧਰਮ ਦੇ ਆਗੂਆਂ ਦੀ ਗੱਲ ਕੀਤੀ ਕਿ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਇਹ ਤਿੰਨੋਂ ਧਰਮ ਦੇ ਆਗੂ, ਬ੍ਰਾਹਮਣ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ, ਕਾਦੀ ਦੀ ਗੱਲ, ਕਾਜ਼ੀਆਂ ਦੀ ਗੱਲ ਕੀਤੀ ਤੇ ਮਹਾਰਾਜ ਆਖਣਗੇ ਕਿ ਅਖੀਰ ਦੇ ਵਿੱਚ ਜੋਗੀ ਜੋ ਸਨ, ਜੋ ਸਿਆਣੇ ਸਨ। ਇਹਨਾਂ ਤਿੰਨਾਂ ਧਰਮ ਦੇ ਆਗੂਆਂ ਨੂੰ, ਸੰਸਾਰ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਖੂਹ ਦੇ ਅੰਦਰ ਧਕੇਲ ਦਿੱਤਾ, ਜਿਨ੍ਹਾਂ ਦਾ ਕਾਰਨ ਸੀ ਕਿ ਲੋਕਾਂ ਨੂੰ ਸਿੱਧੇ ਰਾਹ ਪਾਉਣ ਦਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮੈਂ ਕੱਲ ਵੀ ਅਰਜ਼ ਕੀਤੀ ਹੈ ਕਿ ਗੁਰੂ ਪਾਤਸ਼ਾਹ ਦੀਆਂ ਇਹ ਪਹਿਲੀਆਂ ਜੋ 3 ਉਦਾਸੀਆਂ ਨੇ, ਗੁਰੂ ਮਹਾਰਾਜ ਨੇ ਹਿੰਦੂ ਧਰਮ ਦੇ ਉਹਨਾਂ ਸਥਾਨਾਂ ਵੱਲ ਕੀਤੀਆਂ। ਫਿਰ ਗੁਰੂ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ, ਇਸਲਾਮ ਧਰਮ ਦੇ ਸਥਾਨਾਂ ਵੱਲ ਗੁਰੂ ਪਾਤਸ਼ਾਹ ਨੇ ਉਦਾਸੀਆਂ ਕੀਤੀਆਂ। ਅਖੀਰ ਦੇ ਵਿੱਚ ਗੁਰੂ ਪਾਤਸ਼ਾਹ ਨੇ ਉਹ ਤਿੰਨਾਂ ਉਦਾਸੀਆਂ ਦੇ ਵਿੱਚੋਂ ਜੋ ਜੋਗ ਮਤ ਹੈ ਜਾਂ ਜੋਗੀਆਂ ਦੇ ਸਥਾਨਾਂ ਵੱਲ ਗੁਰੂ ਪਾਤਸ਼ਾਹ ਨੇ ਉਦਾਸੀ ਕੀਤੀ। ਅਖੀਰਲੀ ਉਦਾਸੀ ਜਿਹਨੂੰ ਚੌਥੀ ਕਿਹਾ ਜਾਂਦਾ ਹੈ, ਉਹ ਛੋਟੀ ਉਦਾਸੀ ਹੈ। ਹਰਿਦੁਆਰ ਤੋਂ ਗੁਰੂ ਪਾਤਸ਼ਾਹ ਹੁੰਦੇ ਹੋਏ ਬਨਾਰਸ ਦੀ ਧਰਤੀ ਤੇ ਪਹੁੰਚੇ ਨੇ। ਤੇ ਬਨਾਰਸ ਦੀ ਧਰਤੀ, ਜਿਸ ਨੂੰ ਕਾਸ਼ੀ ਦੀ ਧਰਤੀ ਕਿਹਾ ਜਾਂਦਾ ਹੈ, ਤੇ ਕਾਸ਼ੀ ਦੀ ਬਨਾਰਸ ਦੀ ਧਰਤੀ ਉੱਪਰ ਗੁਰੂ ਪਾਤਸ਼ਾਹ ਨੇ ਦੇਖਿਆ ਕਿ ਉਸ ਵੇਲੇ ਦੇ ਜੋ ਬ੍ਰਾਹਮਣ ਆਗੂ ਨੇ, ਉਹਨਾਂ ਨੇ ਉੱਥੇ ਆਰਾ ਰੱਖਿਆ ਹੋਏ
ਤੇ ਉਹਨਾਂ ਦਾ ਕਹਿਣਾ ਕਿ ਲੋਕ ਜੇ ਮੁਕਤੀ ਚਾਹੁੰਦੇ ਨੇ, ਮੁਕਤੀ ਦੀ ਕਾਮਨਾ ਹੈ, ਤੇ ਉਹ ਆਰੇ ਦੇ ਨਾਲ ਆਪਣੇ ਤਨ ਨੂੰ ਕਟਵਾ ਦੇਣ ਤੇ ਜੋ ਵੀ ਉਹਨਾਂ ਦੇ ਕੋਲ ਧਨ ਸੰਪਰਦਾ ਹੈ ਉਹ ਆ ਕੇ ਉੱਥੇ ਭੇਟਾ ਦੇ ਦੇਣ। ਇਸ ਢੰਗ ਦੇ ਨਾਲ ਉਹਨਾਂ ਨੂੰ ਮੁਕਤੀ ਹੋ ਜਾਏਗੀ। ਮੈਂ ਇੱਕ ਸ਼ਬਦ ਕਹਿ ਰਿਹਾ, ਮੈਨੂੰ ਖਿਮਾ ਕਰਨਾ, ਇੱਥੋਂ ਤੱਕ ਕਿ ਜੋ ਉਹਨਾਂ ਦੀਆਂ ਇਸਤਰੀਆਂ ਸਨ ਉਹ ਵੀ ਦਾਨ ਵਿੱਚ ਦੇ ਦਿੰਦੇ ਸਨ ਤੇ ਆਪਣੇ ਆਪ ਨੂੰ ਧਨਵਾਨ ਲੋਕ ਧਰਮੀ ਬਣਨ ਲਈ ਆਪਣੇ ਤਨ ਨੂੰ ਕਟਵਾ ਦਿੰਦੇ ਸਨ। ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਇਹ ਬਚਨ ਲਿਖੇ ਨੇ। ਪਾਤਸ਼ਾਹ ਆਖਦੇ ਨੇ ਕਿ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ। ਕਰਵਤ ਕਿਹਾ ਜਾਂਦਾ ਆਰੇ ਨੂੰ, ਕਿ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ। ਮਨ ਕੀ ਮੈਲ ਨਾ ਉਤਰੈ ਏ ਬਿਦ ਜੇ ਲੱਖ ਯਤਨ ਕਰਾਏ। ਲੱਖਾਂ ਹੀ ਯਤਨ ਐਸੇ ਕਿਉਂ ਨਾ ਕੀਤੇ ਜਾਣ, ਇਹਨਾਂ ਢੰਗਾਂ ਦੇ ਨਾਲ ਰੱਬ ਦੀ ਖੁਸ਼ੀ, ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਤਿਗੁਰ ਨੇ ਦੇਖਿਆ ਕਿ ਇਹ ਬਨਾਰਸ ਦੇ ਅੰਦਰ ਵੱਖਰਾ ਹੀ ਕੋਤਕ ਹੋ ਰਿਹਾ ਹੈ ਕਿ ਧਨਵਾਨ ਲੋਕ ਸਵਰਗ ਦੀ ਕਾਮਨਾ ਲਈ ਆਪਣੇ ਤਨ ਨਾਲ ਟੁਕੜੇ ਕਰਵਾ ਦਿੰਦੇ ਸਨ ਔਰ ਜੋ ਵੀ ਧਨ ਪਦਾਰਥ ਸੀ ਉਹਨਾਂ ਬ੍ਰਾਹਮਣਾਂ ਨੂੰ ਜਾਂ ਧਰਮ ਦੇ ਆਗੂਆਂ ਨੂੰ ਦੇ ਦੇਣੀ। ਗੁਰੂ ਮਹਾਰਾਜ ਨੇ ਉੱਥੇ ਦਾ ਜੋ ਧਰਮ ਦਾ ਆਗੂ ਹੈ, ਜਿਹਦਾ ਨਾਮ ਇਤਿਹਾਸ ਨੇ ਚਤੁਰਦਾਸ ਕਰਕੇ ਲਿਖਿਆ ਹੈ, ਚਤਰ ਦੇ ਦਾਸ ਦੇ ਨਾਲ ਗੁਰੂ ਪਾਤਸ਼ਾਹ ਦੀ ਗੋਸ਼ਟ ਹੋਈ। ਕੇਵਲ ਇੱਕ ਸਿੱਧ ਗੋਸ਼ਟ ਹੀ ਨਹੀਂ, ਗੁਰੂ ਪਾਤਸ਼ਾਹ ਨੇ ਧਰਮ ਦੇ ਆਗੂਆਂ ਦੇ ਨਾਲ ਜਿੱਥੇ ਵੀ ਚਰਚਾ ਕੀਤੀ ਹੈ ਉਹ ਗੋਸ਼ਟ ਹੀ ਹੈ। ਚਤਰਦਾਸ ਭਾਵੇਂ ਕਸ਼ਮੀਰ ਦੀ ਧਰਤੀ ਉੱਪਰ ਬ੍ਰਹਮਦਾਸ ਦੇ ਨਾਲ ਗੁਰੂ ਪਾਤਸ਼ਾਹ ਨੇ ਗੱਲ ਕੀਤੀ। ਚਤਰਦਾਸ ਜੋ ਧਰਮ ਦਾ ਆਗੂ ਹੈ, ਗੁਰੂ ਪਾਤਸ਼ਾਹ ਦੇ ਚਰਨਾਂ ਦਾ ਮੁਰੀਦ ਬਣ ਗਿਆ ਤੇ ਉਸ ਵੇਲੇ ਇਹ ਬਹੁਤ ਵੱਡੀ ਕ੍ਰਾਂਤੀ ਸੀ ਕਿ ਜੋ ਧਰਮ ਦਾ ਆਗੂ ਹੋਏ, ਕਿਸੇ ਅੱਗੇ ਸਮਰਪਣ ਹੋ ਕੇ ਉਹਦੀ ਸਿੱਖਿਆ ਨੂੰ ਧਾਰਨ ਕਰ ਲਏ। ਗੁਰੂ ਪਾਤਸ਼ਾਹ ਦੀ ਇਹ ਰਹਿਮਤ ਵਰਤੀ ਕਿ ਉੱਥੇ ਦੇ ਧਰਮ ਦੇ ਆਗੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ 'ਚ ਆਏ। ਇੱਕ ਹੋਰ ਬੇਨਤੀ ਕਰਦੇ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਥਾਵਾਂ ਦੇ ਉੱਪਰ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਨ੍ਹਾਂ ਭਗਤ ਸਾਹਿਬਾਨਾਂ ਦੀ ਬਾਣੀ ਹੈ, ਗੁਰੂ ਮਹਾਰਾਜ ਨੇ ਉਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਆਪ ਇਕੱਤਰ ਕੀਤਾ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਬਾਣੀ ਦੀ ਪੋਥੀ, ਉਹ ਬਾਣੀ ਜੋ ਭਗਤ ਸਾਹਿਬਾਨਾਂ ਦੀ ਹੈ ਉਹ ਵੀ ਨਾਲ ਦਿੰਦੇ ਨੇ, ਕਿਉਂਕਿ ਮੱਕਾ ਦੀ ਧਰਤੀ ਉੱਪਰ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਨਾਲ ਪੋਥੀ ਸਾਹਿਬ ਜਿਨ੍ਹਾਂ ਨੂੰ ਉਹਨਾਂ ਨੇ ਕਿਤਾਬ ਲਿਖਿਆ ਹੈ, ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਉਹ ਆਖਦੇ ਨੇ ਕਿ ਪੁੱਛਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ। ਮੁਸਲਮਾਨ ਆਗੂਆਂ ਨੇ ਬਾਬੇ ਨਾਨਕ ਨੂੰ ਆਖਿਆ, ਬਾਬਾ ਨਾਨਕ ਤੂੰ ਆਪ ਨਾ ਦੱਸ, ਜੋ ਤੇਰੇ ਕੋਲ ਕਿਤਾਬ ਹੈ ਜਿਸ ਨੂੰ ਅਸੀਂ ਸਤਿਕਾਰ ਲਈ ਪੋਥੀ ਸਾਹਿਬ ਕਹਿੰਦੇ ਹਾਂ, ਕਹਿੰਦੇ ਕਿ ਉਹਨਾਂ ਨੇ ਆਖਿਆ ਕਿ ਜੋ ਤੁਸੀਂ ਕਿਤਾਬ ਰੋਜ਼ ਪੜ੍ਹਦੇ ਹੋ, ਜਿਹਦਾ ਅਭਿਆਸ ਕਰਦੇ ਹੋ, ਇਸ ਦੇ ਚੋਂ ਪੜ੍ਹ ਕੇ ਸਾਨੂੰ ਦੱਸੋ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਮੇਰਾ ਕਹਿਣ ਦਾ ਕੇਵਲ ਇਤਨਾ ਹੀ ਤਾਤਪਰਯ ਹੈ ਕਿ ਗੁਰੂ ਮਹਾਰਾਜ ਨੇ ਆਪਣੇ ਨਾਲ ਪੋਥੀ ਰੱਖੀ ਹੋਈ ਹੈ। ਉੱਥੇ ਗੁਰੂ ਪਾਤਸ਼ਾਹ ਨੇ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਇਕੱਤਰ ਕੀਤਾ, ਕਿਉਂਕਿ ਕਬੀਰ ਸਾਹਿਬ ਬਨਾਰਸ ਦੀ ਧਰਤੀ ਉੱਪਰ ਨੇ। ਹੁਣ ਇਸ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ ਵਸਾ ਕੇ ਰੱਖਣਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉਮਰ ਉਸ ਵੇਲੇ 40 ਸਾਲ ਦੀ ਹੈ ਤੇ ਕਬੀਰ ਸਾਹਿਬ ਉਸ ਵੇਲੇ ਤਕਰੀਬਨ 55 ਸਾਲ ਦੇ ਨੇ। ਤੇ ਕੇਵਲ ਕਬੀਰ ਸਾਹਿਬ ਹੀ ਨਹੀਂ, ਰਵਿਦਾਸ ਜੀ ਉਹਨਾਂ ਦੀ ਉਮਰ ਤਕਰੀਬਨ 95 ਭਾਵ ਕਿ 95 ਸਾਲ ਦੇ ਭਗਤ ਰਵਿਦਾਸ ਜੀ ਵੀ ਨੇ। ਭਗਤ ਰਵਿਦਾਸ ਜੀ ਦੀ ਬਾਣੀ ਨੂੰ ਇਕੱਤਰ ਕੀਤਾ, ਕਬੀਰ ਸਾਹਿਬ ਦੀ ਬਾਣੀ ਨੂੰ ਲਿਆ, ਨਾਲ ਹੀ ਰਾਮਾਨੰਦ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਅੰਦਰ ਇੱਕੋ ਸ਼ਬਦ ਹੈ ਕਿ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲੇ ਮਨ ਭਇਓ ਪੰਗ। ਇਹ ਸ਼ਬਦ ਰਾਮਾਨੰਦ ਜੀ ਦਾ ਤਿੰਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਗੁਰੂ ਪਾਤਸ਼ਾਹ ਨੇ ਬਨਾਰਸ ਦੀ ਧਰਤੀ ਉੱਪਰ ਸਾਂਭਿਆ। ਗੁਰੂ ਪਾਤਸ਼ਾਹ ਬਨਾਰਸ ਤੋਂ ਹੁੰਦਿਆਂ ਹੋਇਆਂ ਸਤਿਗੁਰ ਮਹਾਰਾਜ ਜਗਨਨਾਥਪੁਰੀ ਦੀ ਧਰਤੀ ਪਰ ਪਹੁੰਚੇ ਨੇ। ਜਗਨਨਾਥਪੁਰੀ ਦੀ ਧਰਤੀ ਪਰ ਦੋ ਐਸੇ ਕੋਤਕ ਹੋਏ ਨੇ ਜੋ ਆਪ ਸੰਗਤਾਂ ਨੇ ਕਈ ਵਾਰੀ ਵਿਦਵਾਨਾਂ ਕੋਲੋਂ ਸਰਵਣ ਕੀਤੇ ਹੋਣਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਉਤੇ ਦੇਖਦੇ ਨੇ ਕਿ ਕਲ ਯੁਗੀ ਪਾਂਡਾ ਜਿਹੜਾ ਹੈ ਉਹ ਬੈਠਾ ਹੋਇਆ, ਕੁਝ ਲੋਕ ਉਹਦੇ ਸਾਹਮਣੇ ਬੈਠੇ ਹੋਏ ਨੇ
ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ ਤੇ ਲੋਕਾਂ ਨੂੰ ਇਸ ਭਰਮ ਦੇ ਅੰਦਰ ਪਾ ਰਿਹਾ ਕਿ ਮੈਂ ਤੁਹਾਡੇ ਬਜ਼ੁਰਗਾਂ ਨੂੰ ਜੋ ਸੰਸਾਰ ਦੇ ਚੋਂ ਕੂਚ ਕਰ ਗਏ ਨੇ, ਚਲੇ ਗਏ ਨੇ, ਉਹਨਾਂ ਦੇ ਨਾਲ ਮੇਰੀ ਸਿੱਧੀ ਗੱਲ ਹੋ ਰਹੀ ਹੈ। ਭਾਵੇਂ ਉਹ ਬ੍ਰਹਮਪੁਰੀ ਦੇ ਵਿੱਚ ਨੇ, ਭਾਵੇਂ ਉਹ ਸ਼ਿਵਪੁਰੀ ਦੇ ਵਿੱਚ ਨੇ ਤੇ ਭਾਵੇਂ ਇੰਦਰਪੁਰੀ ਦੇ ਵਿੱਚ ਨੇ। ਤਿੰਨ ਪੁਰੀਆਂ ਦੀ ਗੱਲ, ਬ੍ਰਹਮਪੁਰੀ, ਸ਼ਿਵਪੁਰੀ ਔਰ ਇੰਦਰਪੁਰੀ, ਇਹਨਾਂ ਤਿੰਨਾਂ ਪੁਰੀਆਂ ਦੇ ਅੰਦਰ ਜੋ ਤੁਹਾਡੇ ਪੂਰਵਜ ਚਲੇ ਗਏ ਨੇ ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਹੈ। ਉੱਥੇ ਕੀ ਕੀ ਹੋ ਰਿਹਾ ਹੈ ਉਹ ਸਾਰਾ ਕੋਤਕ ਮੈਂ ਦੇਖ ਰਿਹਾ। ਕਲਯੁਗੀ ਪਾਂਡਾ ਉਹਨਾਂ ਲੋਕਾਂ ਨੂੰ ਪਰਵਾਉਂਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਪਹੁੰਚਦੇ ਨੇ, ਨਾਲ ਮਰਦਾਨਾ ਜੀ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ, ਮਰਦਾਨਿਆ ਇੱਕ ਕੰਮ ਕਰ, ਜੋ ਇਹਦੇ ਸਾਹਮਣੇ ਕਮੰਡਲ ਪਿਆ ਹੋਇਆ, ਭਾਂਡਾ ਪਿਆ ਹੋਇਆ, ਜਿਸ ਦੇ ਵਿੱਚ ਲੋਕੀ ਆ ਕੇ ਪੈਸੇ ਪਾਉਂਦੇ ਨੇ, ਇਹਦਾ ਭਾਂਡਾ ਚੁੱਕ ਕੇ ਇਹਦੇ ਪਿੱਛੇ ਹੀ ਰੱਖ ਦੇ। ਮਰਦਾਨਾ ਜੀ ਕਹਿਣ ਲੱਗਾ, ਗੁਰੂ ਪਾਤਸ਼ਾਹ ਇਹਨੂੰ ਮੰਨਣ ਵਾਲੇ ਬੜੇ ਨੇ, ਬੜੇ ਲੋਕ ਬੈਠੇ ਹੋਏ ਨੇ। ਗੁਰੂ ਪਾਤਸ਼ਾਹ ਆਖਣ ਲੱਗੇ, ਜਿਵੇਂ ਉਸਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਇਹਦੇ ਸਾਹਮਣੇ ਬੈਠਣ ਵਾਲੇ ਉਹ ਵੀ ਅੱਖਾਂ ਬੰਦ ਕਰਕੇ ਬੈਠੇ, ਤੂੰ ਉਹ ਭਾਂਡਾ ਚੁੱਕ ਕੇ ਪਿੱਛੇ ਰੱਖ। ਮਰਦਾਨਾ ਜੀ ਨੇ 7 ਬਚਨ ਕੀਤੇ, ਉਹ ਭਾਂਡਾ ਚੁੱਕਿਆ, ਉਸੇ ਕਲਯੁਗੀ ਪਾਂਡੇ ਦੇ ਪਿਛਲੇ ਪਾਸੇ ਰੱਖ ਦਿੱਤਾ। ਹੁਣ ਜਦੋਂ ਕੁਝ ਸਮੇਂ ਬਾਅਦ ਸਿੱਕਿਆਂ ਦੀ ਆਵਾਜ਼ ਆਣੀ ਬੰਦ ਹੋ ਗਈ, ਜੋ ਲੋਕੀ ਆ ਕੇ ਪੈਸੇ ਪਾਉਂਦੇ ਸਨ, ਛਨਕਾਰ ਸਿੱਕਿਆਂ ਦੀ ਪੈਂਦੀ ਸੀ। ਕਲਯੁਗੀ ਪਾਂਡੇ ਨੇ ਅੱਖਾਂ ਖੋਲ੍ਹ ਕੇ ਦੇਖੀਆਂ, ਸਾਹਮਣੇ ਕੁਝ ਹੈ ਹੀ ਨਹੀਂ। ਇੱਕ ਉਸੇ ਵੇਲੇ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਕਿ ਮੇਰਾ ਰੱਖਿਆ ਹੋਇਆ ਉਹ ਭਾਂਡਾ ਕਿੱਥੇ ਗਿਆ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਸੰਗਤ ਵਿੱਚ ਖੜੇ ਹੋ ਗਏ, ਆਖਣ ਲੱਗੇ ਉਸ ਪਾਂਡੇ ਨੂੰ, ਪੰਡਤ ਨੂੰ, ਕਿ ਮੈਂ ਸੁਣ ਰਿਹਾ ਕਿ ਤੁਹਾਡੀ ਬ੍ਰਹਮਪੁਰੀ ਦੇ ਵਿੱਚ ਸੁਰਤ ਲੱਗੀ ਹੋਈ ਹੈ, ਤੁਹਾਡੀ ਸ਼ਿਵਪੁਰੀ ਦੇ ਵਿੱਚ ਸੁਰਤ ਲੱਗੀ ਹੋਈ ਹੈ, ਇੰਦਰਪੁਰੀ ਦੇ ਵਿੱਚ ਸੁਰਤ ਲੱਗੀ ਹੈ, ਸੱਚ ਹੈ? ਉਹ ਕਹਿਣ ਲੱਗਾ, ਜੀ ਬਿਲਕੁਲ ਦਰੁਸਤ ਹੈ, ਬਿਲਕੁਲ ਸੱਚ ਹੈ। ਇਹਨਾਂ ਲੋਕਾਂ ਦੇ ਜੋ ਇੰਦਰਪੁਰੀ ਦੇ ਵਿੱਚ, ਬ੍ਰਹਮਪੁਰੀ ਦੇ ਵਿੱਚ ਜੋ ਜੀਵ ਨੇ, ਇਹਨਾਂ ਦੇ ਪੂਰਵਜ ਨੇ, ਉਹਨਾਂ ਦੇ ਨਾਲ ਮੇਰੀ ਸਿੱਧੀ ਗੱਲ ਹੋ ਰਹੀ ਹੈ। ਗੁਰੂ ਪਾਤਸ਼ਾਹ ਆਖਣ ਲੱਗੇ, ਉਹਨਾਂ ਤਿੰਨਾਂ ਪੁਰੀਆਂ ਦਾ ਤੇ ਤੁਹਾਨੂੰ ਗਿਆਨ ਹੈ, ਪਰ ਜਗਨਨਾਥਪੁਰੀ ਜੋ ਜਿੱਥੇ ਵਸਦੇ ਹੋ, ਉੱਥੇ ਰਹੇ ਹੋਏ ਭਾਂਡੇ ਦਾ ਤੁਹਾਨੂੰ ਪਤਾ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਭਰਮਾ ਰਹੇ ਹੋ, ਉਹਨਾਂ ਦੇ ਸਾਹਮਣੇ ਖਿਮਾ ਮੰਗੋ, ਕਿਉਂਕਿ ਤੁਸੀਂ ਇਹਨਾਂ ਲੋਕਾਂ ਨੂੰ ਕਰਮ ਕਾਂਡਾਂ ਦੇ ਅੰਦਰ ਫਸਾ ਰਹੇ ਹੋ। ਸ਼ਰਮਿੰਦਾ ਹੋਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਦੇ ਵਿੱਚ ਉਹ ਸ਼ਬਦ ਉਚਾਰਨ ਕੀਤਾ ਹੈ, ਧਨਾਸਰੀ ਮਹਿਲਾ ਪਹਿਲਾ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਗੁਰਦੇਵ ਆਖਦੇ ਨੇ ਕਿ ਇਹ ਮਨੁੱਖੀ ਜਨਮ ਜਿਹੜਾ ਹੈ ਸੰਸਾਰ ਦੇ ਕਰਮ ਕਾਂਡਾਂ ਲਈ ਨਹੀਂ ਮਿਲਿਆ ਹੈ। ਕਾਲ ਤੋਂ ਭਾਵ ਹੈ ਸਮਾਂ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਕਲ ਮੈਂ ਰਾਮ ਨਾਮ ਸਾਰ। ਕਲ ਤੋਂ ਭਾਵ ਜਗਤ ਦੇ ਅੰਦਰ, ਸ੍ਰਿਸ਼ਟੀ ਦੇ ਅੰਦਰ ਰਾਮ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ। ਅੱਖੀ ਤਾਂ ਮੀਟੈ ਨਾਕ ਪਕੜਨ ਠੱਗਣ ਕੋ ਸੰਸਾਰ। ਗੁਰੂ ਪਾਤਸ਼ਾਹ ਆਖਦੇ ਨੇ ਕਿ ਅੱਖਾਂ ਨੂਟ ਕੇ ਬਹਿ ਗਏ, ਨਾਕ ਪਕੜੈ, ਨੱਕ ਨੂੰ ਦੋਹਾਂ ਉਂਗਲੀਆਂ ਔਰ ਅੰਗੂਠੀਆਂ ਦੇ ਨਾਲ ਤੁਸੀਂ ਪਕੜ ਲੈਂਦੇ ਹੋ। ਠੱਗਣ ਕੋ ਸੰਸਾਰ ਆਠ ਸੇਤੀ ਨਾਕ ਪਕੜੈ, ਸੂਝ ਤੇ ਤਿੰਨ ਲੋਏ। ਗੁਰਦੇਵ ਆਖਦੇ ਕਿ ਆਂਟ ਦੇ ਨਾਲ ਭਾਵ ਕੇ 2 ਉਂਗਲੀਆਂ ਔਰ ਅੰਗੂਠੇ ਦੇ ਨਾਲ ਨੱਕ ਪਕੜਦੇ ਹੋ ਤੇ ਇਹ ਕਹਿੰਦੇ ਹੋ ਕਿ ਸੂਝ ਤੇ ਤਿੰਨ ਲੋਏ, ਤਿੰਨਾਂ ਲੋਕਾਂ ਦੀ ਸੋਝੀ ਆ ਰਹੀ ਹੈ। ਮਗਰ ਪਾਛਾ ਕਛ ਨਾ ਸੂਝੈ, ਜੋ ਮਗਰ ਪਿਆ ਹੋਇਆ ਲੋਟਾ ਹੈ ਉਹ ਤੁਹਾਨੂੰ ਸਮਝ ਨਹੀਂ ਆ ਰਿਹਾ। ਇਹ ਪਦਮ ਅਲੋਏ ਇੱਕ ਐਸਾ ਆਸਨ ਹੈ। ਗੁਰੂ ਮਹਾਰਾਜ ਨੇ ਉਹਦਾ ਪਾਠ ਜਿਹੜਾ ਹੈ ਲੋਕਾਂ ਦੇ ਸਾਹਮਣੇ ਪ੍ਰਗਟ ਕੀਤਾ, ਲੋਕਾਂ ਨੂੰ ਉਹਨਾਂ ਭਰਮਾਂ ਦੇ ਵਿੱਚੋਂ, ਕਰਮ ਜਾਲ ਦੇ ਵਿੱਚੋਂ ਬਾਹਰ ਕੱਢਿਆ। ਉਹ ਕਲਯੁਗੀ ਪਾਂਡਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਚਰਨਾਂ ਦੇ ਵਿੱਚ ਉਹਨੇ ਨਮਸਕਾਰ ਕੀਤੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਗਨਨਾਥਪੁਰੀ ਅੰਦਰ ਦੂਸਰਾ ਜੋ ਕੋਤਕ ਹੈ, ਇਕਾਦਸ਼ੀ ਦਾ ਦਿਹਾੜਾ ਹੈ। ਇਕਾਦਸ਼ੀ ਦੇ ਦਿਹਾੜੇ ਜਿਵੇਂ ਅਸੀਂ ਨਗਰ ਕੀਰਤਨ ਕੱਢਦੇ ਹਾਂ, ਉਹ ਵੀ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਰਥ ਯਾਤਰਾ ਕੱਢਦੇ ਨੇ ਤੇ ਜਿਸ ਰਥ ਦੇ ਥੱਲੇ ਮਨੁੱਖ ਆ ਕੇ ਆਪਣੇ ਪ੍ਰਾਣਾਂ ਦੀ ਆਹੂਤੀ ਤੱਕ ਦਿੰਦੇ ਨੇ, ਉੱਥੇ ਦਾ ਜੋ ਰਾਜਾ ਹੈ ਅੱਗੇ ਝਾੜੂ ਬਰਦਾਰ ਹੋ ਕੇ ਝਾੜੂ ਦਿੰਦਾ ਹੈ।
जगन्नाथ कृष्ण जी की मूर्ति नूं उन्होंने जगत का नाथ बढ़ा के उहदी आरती करते, उन्होंने धर्म है मुबारक है। पर गुरु नानक सच्चे पातशाह नूं कहण लगे तुसीं साडी आरती अंदर शामिल हो। मन्निया जाता है कि वो जो जगन्नाथ की मूर्त है, संसार के अंदर जितनियां भी मूर्तियां ने, या तो वो पत्थर दियां होणगियां या कई थावां दे उपर मैटल दियां या कई थावां दे उपर लकड़ दियां भी मूर्तियां ने, पर वो मूर्त ऐसी है जिहड़ी सारी दी सारी पत्थर दे विच मड़ी हुई है, कुछ हिस्से उहदे लकड़ दे नाल जुड़े हुए ने। क्योंकि मन्निया जाता है कि विश्वकर्मा जी जदों इस मूर्त नूं बना रहे सन तो उन्होंने कहा सी कि मैनूं इस कार्य के अंदर कोई टोके ना। कृष्ण जी दियां अर्थियां भी उहदे विच पाईयां गईयां सन ते नारद ने आके 2-3 बार टोक दिता ते विश्वकर्मा जी ने वह मूर्त विच छोड़ दी सी। खैर वखरा पक्ष है। गुरु नानक सच्चे पातशाह नूं कहण लगे तुसीं साडी आरती अंदर शामिल हो। गुरु पातशाह ने कहा 7 बचन अंदर आरती हो रही है तो एक गल याद रखना कि खत्री ब्राह्मण शूद्र वैश्य 4 वर्णा दे विच होर जातां नूं अंदर जाके आरती दे शामिल होने का हक नहीं है। केवल ब्राह्मण ही उस धार्मिक स्थान अंदर एंट्री कर सकता है, आरती कर सकता है, रब नूं याद कर सकता है, होर जातां नहीं। खास करके शूद्र नूं ते बिल्कुल मनाही है। महाराज हरिद्वार तो उत्थे मंदिर तो बाहर ही मालिक के चरणों के नाल जुड़े रहे। आरती तो बाद ब्राह्मण गुरु नानक सच्चे पातशाह के कोल आए। उन्होंने कहा कि गुरु पातशाह तुहाडी बड़ी उस्तत सुनी है, तुसीं सारे धर्मां दा सन्मान करते हो। तुसीं सुनिया कि सुल्तानपुर मुसलमानों की नमाज पढ़न वास्ते भी तुसीं उत्थे एकत्र हो गए, उत्थे शामिल होए हो, तो की कारण है कि तुसीं अज इन्हां आरती दे शामिल नहीं होए। गुरु नानक सच्चे पातशाह महाराज कहन लगे कि आरती दे अंदर ते मैं शामिल हाँ, ते मैं ही कि सारी सृष्टि आरती दे विच शामिल है, तुसीं उस गल नूं जाणिया ही नहीं। उत्थे गुरु नानक सच्चे पातशाह ने वो शब्द उच्चारण किया। आप सारिਆਂ ਨੂੰ वो शब्द याद है सोलह साहब की बाणी अंदर के गगन में थाल, गगन कहा जाता है आकाश नूं, कि आकाश रूपी थाल दे विच रव चंद दीपक बने। रव तो पाउंदे रवि भाव की सूरज, चंद तो पाओ चंद्रमा। रव चंद दीपक बने तारका मंडल जनक मोती। ये सारे तारियां दा मंडल मानो मोतियां दे समान है। धूप मल आन लो, मल्ले पर्वत तो आने वाली जो खुशबू है, जो चंदन की खुशबू है, वो धूप का कर्म कर रही है। सगल बन राए फुलंत ज्योति, सारी बनस्पति महाराज आखते कि वह फुल वरसा रही है। सगल बन राए फुलन ज्योति, ते आखिर दी आखते ने कि कैसी आरती होए भव खंडना तेरी आरती। हे प्रभु भव खंडन भाव के हे सारे डरां नूं मुकाण वाले दाता, सारी सृष्टि ही तेरी आरती कर रही है। केवल गुरु नानक सच्चे पातशाह ही नहीं, सारी सृष्टि ही उस मालिक की आरती करी है। गुरु पातशाह आखन लगे उस आरती के अंदर शामिल हो। रविंद्रनाथ टैगोर ने जो राष्ट्रगान गाया ना, जन गण मन अधिनायक जया हो वाला जो राष्ट्रगान असीं पढ़ते हाँ, तो रविंद्रनाथ टैगोर नूं किसी ने कहा कि असीं देश लई बड़ा सोहना राष्ट्रगान गाया है, पर जे तुहानूं सृष्टि का राष्ट्रगान गाण लई कोई हुक्म करे, बेनती करे कि सारे ब्रह्मंड लई तुसीं कोई राष्ट्रगान गाए करो, तो फिर तुसीं किहड़ा वो शब्द गाओगे या किहड़ा गीत तुसीं लिखोगे। रविंद्रनाथ टैगोर कहन लगे कि राष्ट्रगान में जरूर गाया है, पर जे सृष्टि के राष्ट्रगान की गल होए तो वो तो गुरु नानक सच्चे पातशाह पहला ही गा गए ने। पुछया वो किहड़ा है, तो रविंद्रनाथ कह लगे गुरु नानक सच्चे पातशाह ने वो पहला ही गाया है कि धनासरी महला पहला गगन में थाल, रव चंद दीपक बने तारका मंडल जनक मोती। ये सारी सृष्टि का राष्ट्रगान है। जोर सारी सृष्टि ही उस ब्रह्मांड के मालिक प्रभु की आरती कर रही है। ये गुरु नानक सच्चे पातशाह पहला ही गा गए।
गुरु नानक सच्चे पातशाह की रहमत नाल गुरु महाराज ने जगन्नाथपुरी के अंदर भी लोगों को सच का सुनेहा दिता। हुण गुरु पातशाह जगन्नाथपुरी तो वापस सोनीपत के इलाके दिल्ली के नेड़े आपने किए दर्शन किए होने ने। उत्थे दी घटना है कि एक परिवार जिहड़ा है बड़ा गरीबड़ा जा परिवार है, तो गुरु नानक सच्चे पातशाह के नाल मरदाना जी ने, तो गुरु नानक सच्चे पातशाह कह लगे मरदानिया अज दी रात असी सोनीपत इत्थे गुजारनी है। मरदाना जी कह लगे सतगुरु पातशाह इत्थे ते कोई सिख नज़र नहीं आता जो सेवा उस हाजिर होए। गुरु पातशाह आखन लगे मालिक भली करेगा। एक गुरु का प्यारा सिख जो गुरु नानक सच्चे पातशाह के चरणों का मुरीद, पता लगा गुरु नानक सच्चे पातशाह सोनीपत आए ने, बड़े प्यार के नाल गुरु पातशाह ने अपने घर लैके आया, पर बहुता अमीर नहीं है। घर के अंदर दो वेले की रोटी का प्रबंध है, तीसरे वेले का कोई पता नहीं है। किरती सिख है, रोज किरत कार करता है। कह लगा गुरु पातशाह मैनू पता होंदा ते अज मैं काम ते ना जांदा। महाराज कह लगे नहीं किरत जरूरी है, क्योंकि महाराजा के बचन ही है कि किरत करनी नाम जपना वर्ण छकना। नहीं किरत जरूरी है। उसने घर दे विच गुरु पातशाह नूं अपनी झुग्गी दे विच विश्राम कराया। ते शामा वेले दा वेला उन्हें महाराज अपनी घरवाली ने पूछया कि रोटी का की प्रबंध है। घरवाली कहन लगे 2 जियां दा ते प्रबंध है, पर जे सारे खावांगे तो हो सकता है कि सारियां दा प्रबंध ना हो सके। वो कहन लगा की होया? गुरु पातशाह भागां दे नाल चरण पे ने, असी गुरु पातशाह और गुरु के सिख मरदाने नूं प्रसादा छका ली, आप नहीं छकांगे। देखो भावना है उन्होंने गुरु के सिखां दी। गुरु नानक सच्चे पातशाह मरदाना जी ने जो थाल परोस के लिया तो पातशाह आखन कि तुसी भी नाल छको। देखो धर्म की दुनिया अंदर गुरु नानक सच्चे पातशाह ने जो सिखाया है, जो आप रब का रूप ने गुरु नानक सच्चे पातशाह अज उन्होंने गुरु के सिखा नूं कह लगे तुसी तुहाडे परिवार दे जाया तुसी भी नाल बैठ के छको। वो परिवार कुछ हिचकन लगा। तो महाराज सतगुरु जानी जान, क्योंकि बाणी की पंक्ति है गुरु कदों त्रुठदा है। महाराज आखते ने कि माता प्रीत करे पुत खाए। मां उस वेले नहीं रजदी जदों मां नूं बहुता खाण नूं मिल जाए। मां उस वेले रजदी है जदों उहदा बच्चा उहदी औलाद रज के खाए। सच जानना मां उस वेले तृप्त हो जाती है। एक बेनती करदियां नाल ही मां बाप सारा जीवन बच्चों लिए जिउंदे ने, बच्चों लिए उन्हों की सारी जिंदगी बतीत होती है। तो कोई खुशी का प्रोग्राम होए, कोई ब्याह होए ना, तो बड़े चिरां तो माँ बाप तैयारी करते हैं। असी देखते हैं घरां दे विच कि ब्याह का दिन होए तो बीबियां कई दिन पहला चंगे सूट सवा लैंदियां ने, पर छोटा जा बच्चा जे उस मां दे तैयारी होण दे कपड़े पाए होण ते उल्टी कर जाए, मां कपड़ियां की परवाह नहीं करती पर अपने बच्चे का ध्यान करती है। पर उही बच्चे जो वड्डे हो जाण, जो बजुर्गों को लोड़ होंदी है उन्हां मां बाप नूं संभालण दी, जिन्हां मां बाप ने पहले वेले उंगली पकड़ के बच्चों को तुरना सिखाया, अखीर वेले जो बच्चों की वारी है उस वेले फिर मां बाप की उंगली नहीं पकड़ी जाती। हकीकत है मैं तो हैरान होंदा कि सब तो वध धार्मिक स्थान और धर्म जिहड़ा है हिंदुस्तान की धरती पर जिहड़े ने वो सब तो वध मन्ने जाते हैं। सब तो वध जिहड़े ने धार्मिक स्थान और धर्म हिंदुस्तान की धरती पर ने। ये पर बहुत वड्डी त्रासदी है कि सब तो वड्डे अनाथ आश्रम भी हिंदुस्तान की धरती पर ने, जिन्हां बुजुर्गों को अखीर वेले लोड़ सी अपने बच्चों की, अखीर वेले बुजुर्गों का साथ कोई नहीं देंदा, कोई विरले ने। मुबारक है उन्होंने चरणों के नमस्तक करदा हाँ, नमस्कार करदा हाँ। क्योंकि गुरु पातशाह ने जे रब नूं भी याद किया ना तो माँ बाप के जरिए याद किया है। असी अरदास जो खड़े होंदे हां ते बचन करदे हां, तू ठाकुर तुम पे अरदास जियो पिंड सब तेरी रास, तुम मात पिता हम बालक तेरे।
कि दाता तू मां बाप की तरह है, जिवें मां बाप बच्चे की परवरिश करते हैं, इस तरह वो रब अपने सेवकों की संभाल करता है। पर रब नूं बाद ही याद किया गया, पहले मां बाप नूं याद किया गया, बजुर्गों की संभाल की जाए। सतगुर आखते ने कि माता प्रीत करे पुत खाए, मेने प्रीत भई जलनाए, सतगुर प्रीत गुर सिख मुख पाए। गुरु उदों टुटदा है जो सिख के मूँह ने निवाला जाता है, गुरु नूं बड़ी खुशी मिलती है। गुरु पातशाह ने नाल मरदाना जी नूं वो लंगर 4 थावां दे परवण के प्यारे सिखां दे नाल लंगर प्रसाद छकिया। सवेर वेले दा वेला फिर मालिक दी बाणी पढ़ के जो तुरन लगे लंगर प्रसाद छक के मरदाना जी कहने लगे, गुरु पातशाह इतना परिवार प्यारा है, सेवा वाला है, ते तुसी ते लोकां दियां झोलियां भरदे हो, गुरु पातशाह इस सिख दा भी ख्याल करो। इहदे मिट्टी दे भांडे मैनूं चंगे नहीं लगदे, इहदा घर झुग्गी चौंपड़ी मैनूं नहीं चंगी लगदी। महाराज अपने हाथ दे डंडा रखते सन, कहणगे जा मरदानिया जाके दे भांडे सारे तोड़ के आ जा। वो कहण लगा, गुरु पातशाह बड़ी भावना दे नाल लंगर छकाया है, तुसीं कहंदे हो भांडे तोड़। कहने जे तू मैनू कुछ कह ते मेरी भी गल मान लै, इहदे भांडे जिहड़े ने वो तोड़ के आ जा। मरदाना जी ने 7 वचन किए, जाके भांडे तोड़ आए। पर वो गुरु का प्यारा सिख परिवार ने कोई मथे त्रियोड़ी नहीं लियाए, गुरु पातशाह के हुक्म नूं कोतक नूं देखते रहे ने। तुरन लगे ते महाराज कहणगे, मरदानिया तेनू किया ना घर दे अंदर अग भी होएगी, घर दे विचों अग चुके ते घर नूं अग लगा दे। मरदाना जी गए, घर दे विचों अग चुके, उहदी झोपड़ी नूं अग लगाई, अग दे नाल साड़ के घर तो बाहर निकल आए। उस परिवार नूं मिले, उस सिख दे मन दे कोई गिला कोई शिकवा नहीं। अगों कहण लगा, भला ही होया, बड़ा पुराना हो गया सी, हुण फिर नवें सिरे तो शुरू करांगे। गुरु दे कोतक गुरु ही जानदा है। रब दी ऐसी करनी कि जदों वो नीआं खोद रहे ने ते जो उन्हां दे बुजुर्गां ने धन दबाया होया सी वो धन निकल आया। उस वेले उस गुरु के सिख ने कहा कि मैं कहा सी ना कि गुरु दी महिमा गुरु ही जानदा है। उस थां दे उपर सोहना थां सोहना महल उसारिया उन्होंने। तो जो गुरु पातशाह करतारपुर की धरती पर पहुंचे सन, वो परिवार भी गया। मरदाने नूं बाद ही पता लगा कि यह गुरु की महिमा गुरु ही जानता है। जिहड़े झुग्गियां दे वसते सन, गुरु ने उस थावां दे उपर महल उसार दिते ने। ये गल करके समाप्ति करा। गुरु पातशाह सोनीपत तो कुरुक्षेत्र गए। कुरुक्षेत्र दे विच गुरु पातशाह ने उन्हां लोकां नूं वहमां भरमां दे चों कढिया। इतने समय अंदर राय बुलार अखीरला वेला है ते राय बुलार ने एक गल कही सी, गुरु पातशाह कृपा करना जिथे भी हो मेरे अखीर वेले आके मेरी संभाल करनी है। ते राय बुलार और बेबे नानकी ओ गुरु के सिख ने जिन्होंने गुरु नानक सच्चे पातशाह नूं रब करके पूजिया है। राय बुलार हाकम है, नवाब है उत्थे दा, पर गुरु नानक सच्चे पातशाह नूं रब करके पूजदा है। ठंड दे दिन ने ते करदियां नूं कहण लगा, दरवाजे बंद ना करो, दरवाजे खोल के रखो, मेरे गुरु ने आना है। घर दे कहण लगे गुरु नानक सच्चे पातशाह ते गए ने यात्रा दी, पता नहीं कदों आणगे। कहण लगा नहीं, मैनूं गुरु ने वादा दिता है, इकरार किया है कि तेरे अखीर वेले राय बुलार मैं जरूर आवांगा। रात का पहर गुजरिया। अमृत वेले सतगुरु धन गुरु नानक सच्चे पातशाह राय बुलार कोल पहुंचे। राय बुलार की हालत इतनी भी नहीं है कि उठ के महाराज के चरणों के नमस्कार कर सके। आखन लगा गुरु पातशाह अखां सेजल हो गई जो गुरु नानक सच्चे पातशाह दर्शन किए कि गुरु नानक जो कहता है वो गल नूं पूरा भी करता है। कहने लगा मेरी एको मंग है कि इस सीस में गुरु नानक सच्चे पातशाह तेरे चरणों के नमस्कार कर सका। शरीर नूं थोड़ा औखा होया, पर गुरु नानक सच्चे पातशाह के चरणों के नमस्कार की ते राय बुलार संसार तो प्याना कर गया। गुरु नानक सच्चे पातशाह महाराज अगली यात्रा
ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਾਂਝੀ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਸਤਿਗੁਰ ਕਿਰਪਾ ਕਰਨ ਬੋਲਦਿਆਂ ਹੋਇਆਂ ਬੇਅੰਤ ਭੁੱਲਾ, ਗੁਰੂ ਸਮਰੱਥ ਹੈ, ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣਾ, ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।